सब भैणां ते भरावां नूं जय मसीह दी। मैं प्रभु यीशु मसीह दा शुक्र करदा कि उन्हां ने मैनूं एक वारी फेर मौका दिता कि मैं तुहाडे सारिआं दे नाल प्रभु दे पवित्र वचन दे विचों एक टॉपिक साझा कर सकां। इस तो पहलां कि असीं अज दे वचन दे वल गौर करिए, असीं सारे परमेश्वर दे अगे बेनती करांगे कि प्रभु दा फजल साडे ते होए कि असीं अज दा वचन समझ सकीए। असीं सारे दुआ दी हालत दे विच होवांगे। सर्वशक्तिमान साडे दयालु ते साडे किरपालु परमेश्वर जी, तुहाडा शुक्र करदे हां, तुसीं सानूं सारिआं नूं संभाल के रखिया। प्रभु जी, मैं दुआ करदा हां अज दा जो भी टॉपिक प्रभु जी जदों मैं अपने भैन भरावां दे नाल साझा करां, तुहाडा पवित्र आत्मा प्रभु जी मेरे विचों हो के इन्हां दे नाल गल करे प्रभु जी। और मैं दुआ करदा तुहाडा पाक रूह सब भैन भरावां नूं जो इस वीडियो नूं वॉच करन प्रभु जी, तुहाडा आत्मा उन्हां नूं छूए और उन्हां नूं अज दा वचन समझाए, तां जो असीं इहदे अनुसार चल के अपनी जिंदगी नूं तुहाडे स्वर्ग राज दे लई तैयार कर सकीए। सारा समा मैं तुहाडे हत्थां दे विच सौंप दिंदा हां। मेरा विश्वास है मैं मंगिया ते तुसीं दे दिता। इस सारी प्रार्थना मैं प्रभु यीशु मसीह दा नाम लैके मंगदा हां, आमीन। प्रभु यीशु मसीह दा शुक्र आ, ओहदी किरपा दे नाल असीं सारे ठीक ठाक हां, सही सलामत हां। अज दा जो टॉपिक मैं तुहाडे सबना दे नाल साझा करना चाहुंदा ओह हैगा मरकुस दी अंजील 12 बाब ओहदी 41 आयत तो लैके 44 आयत तक। The Gospel of Mark chapter 12 verses 41 to 44। मैनू पंजाबी दे विच तुहाडे नाल पढ़दा। एक गरीब विधवा दा दान। यीशु मंदिर विच दान वाली संदूकड़ी दे लागे बैठे वेख रहे हन कि लोकी किस तरह उस विच दान दे पैसे पा रहे हन। बहुत सारे अमीरां ने उस विच बहुत दान पाया, पर एक गरीब विधवा आई अते उसने केवल तांबे दे 2 छोटे सिक्के ही पाए, जिन्हां दा मुੱਲ लगभग 1 पैसा सी। यीशु ने अपने चेलिਆਂ ਨੂੰ ਸੱਦ ਕੇ ਕਿਹਾ, ਇਹ ਸੱਚ ਜਾਣੋ, ਇਸ ਗਰੀਬ ਵਿਧਵਾ ਨੇ ਸਾਰਿਆਂ ਦਾਨੀਆਂ ਨਾਲੋਂ ਦਾਨ ਦੀ ਸੰਦੂਕੜੀ ਵਿੱਚ ਬਹੁਤਾ ਪਾਇਆ ਹੈ, ਕਿਉਂਕਿ ਬਾਕੀਆਂ ਨੇ ਆਪਣੇ ਬਹੁਤੇ ਵਿੱਚੋਂ ਵਾਧੂ ਜੋ ਉਹਨਾਂ ਕੋਲ ਸੀ ਪਾਇਆ ਹੈ, ਪਰ ਇਸ ਨੇ ਜੋ ਕੁਝ ਇਸ ਦੀ ਗਰੀਬੀ ਵਿੱਚ ਇਸ ਕੋਲ ਸੀ ਆਪਣੀ ਸਾਰੀ ਜੀਵਿਕਾ ਦਾਨ ਵਿੱਚ ਦੇ ਦਿੱਤੀ, ਆਮੀਨ। ਜਦੋਂ ਅਸੀਂ ਇਹਦੀ 41 ਆਇਤ ਨੂੰ ਪੜ੍ਹਦੇ ਹਾਂ, ਯੀਸ਼ੂ ਮੰਦਿਰ ਵਿੱਚ ਦਾਨ ਵਾਲੀ ਸੰਦੂਕੜੀ ਦੇ ਲਾਗੇ ਬੈਠੇ ਵੇਖ ਰਹੇ ਸਨ ਕਿ ਲੋਕੀ ਕਿਸ ਤਰ੍ਹਾਂ ਉਸ ਵਿੱਚ ਦਾਨ ਦੇ ਪੈਸੇ ਪਾ ਰਹੇ ਸਨ। ਸਭ ਤੋਂ ਪਹਿਲਾਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਇਸ ਵਚਨ ਦੇ ਵਿੱਚੋਂ ਕਿ ਪ੍ਰਭੂ ਯੀਸ਼ੂ ਮਸੀਹ ਉਹਨਾਂ ਲੋਕਾਂ ਦੇ ਦਾਨ ਨੂੰ ਵੇਖ ਰਹੇ ਸੀ ਜੋ ਦਾਨ ਵਾਲੀ ਸੰਦੂਕੜੀ ਦੇ ਵਿੱਚ ਪਰਮੇਸ਼ਵਰ ਦੇ ਲਈ ਭੇਟ ਚੜਾ ਰਹੇ ਸੀ ਜਾਂ ਆਪਣੇ ਦਾਨ ਨੂੰ ਦੇ ਰਹੇ ਸੀ। ਯਹੋਵਾ ਪਰਮੇਸ਼ਵਰ ਸਾਡੇ ਉਸ ਚੀਜ਼ ਨੂੰ, ਸਾਡੇ ਗਿਫਟ ਨੂੰ, ਸਾਡੀ ਆਫਰਿੰਗ ਨੂੰ ਦੇਖਦਾ ਕਿ ਉਹਦੇ ਧੀਆਂ ਪੁੱਤਰ ਕਿਹੜੀ ਚੀਜ਼ ਨਾਲ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਕਿਹੜੀ ਚੀਜ਼ ਨੂੰ ਲੈ ਕੇ ਆਉਂਦੇ ਨੇ, ਤਾਂ ਜੋ ਉਹ ਕੰਮ ਜਾਂ ਉਹਨਾਂ ਦੀ ਉਸ ਆਫਰਿੰਗ ਨੂੰ ਪਰਮੇਸ਼ਵਰ ਦੇ ਸਵਰਗੀ ਰਾਜ ਦੇ ਕੰਮਾਂ ਦੇ ਲਈ ਵਰਤਿਆ ਜਾਏ, ਪਰਮੇਸ਼ਵਰ ਦੇ ਚੈਰਿਟੀ ਵਰਕਸ ਦੇ ਲਈ ਉਹਨਾਂ ਕੰਮਾਂ ਨੂੰ ਵਰਤਿਆ ਜਾਏ। ਪਰਮੇਸ਼ਵਰ ਲੋਕ ਸਾਡੇ ਦਾਨ ਨੂੰ ਦੇਖਣ ਜਾਂ ਨਾ ਦੇਖਣ, ਪਰਮੇਸ਼ਵਰ ਸਾਡੀ ਚੜਾਈ ਹੋਈ ਭੇਟ ਨੂੰ, ਸਾਡੀ ਆਫਰਿੰਗ ਨੂੰ ਜ਼ਰੂਰ ਦੇਖਦਾ। ਇਸੇ ਤਰ੍ਹਾਂ ਇਸ ਬਾਈਬਲ ਦੇ ਵਿੱਚ ਪ੍ਰਭੂ ਦਾ ਵਚਨ ਸਾਨੂੰ ਦੱਸਦਾ ਕਿ ਪ੍ਰਭੂ ਯੀਸ਼ੂ ਮਸੀਹ ਉਸ ਸੰਦੂਕੜੀ ਦੇ ਲਾਗੇ ਬੈਠੇ ਤੇ ਜੋ ਲੋਕ ਜੋ ਵੀ ਉਹ ਦਾਨ ਦੇ ਰਹੇ ਸੀਗੇ, ਪ੍ਰਭੂ ਯੀਸ਼ੂ ਮਸੀਹ ਉਸ ਦਾਨ ਨੂੰ ਦੇਖ ਰਹੇ ਸਨ। ਅੱਗੇ ਲਿਖਿਆ ਹੋਇਆ, ਬਹੁਤ ਸਾਰੇ ਅਮੀਰਾਂ ਨੇ ਉਸ ਵਿੱਚ ਬਹੁਤ ਦਾਨ ਪਾਇਆ। ਇਸ ਸੈਂਟੈਂਸ ਦੇ ਵਿੱਚੋਂ ਵੀ ਸਾਨੂੰ ਪਤਾ ਚੱਲਦਾ ਕਿ ਉਸ ਇਲਾਕੇ ਦੇ ਵਿੱਚ ਜਾਂ ਉਸ ਜਗ੍ਹਾ ਦੇ ਲੋਕ ਉਹ ਜਾਣਦੇ ਸਨ ਕਿ ਉਹਨਾਂ ਦਾ ਫਰਜ਼ ਆ ਕਿ ਉਹ ਪਰਮੇਸ਼ਵਰ ਦੇ ਕਿੰਗਡਮ ਵਰਕਸ ਦੇ ਲਈ, ਪਰਮੇਸ਼ਵਰ ਦੀ ਚੈਰਿਟੀ ਦੇ ਲਈ ਜਾਂ ਪ੍ਰਭੂ ਦੇ ਘਰ ਦੇ ਵਿੱਚ ਉਹਨਾਂ ਦਾ ਦਾਨ ਪਾਉਣਾ ਉਹਨਾਂ ਦਾ ਫਰਜ਼ ਆ ਜਾਂ ਉਹਨਾਂ ਦੀ ਜ਼ਿੰਮੇਵਾਰੀ ਆ। ਲਿਖਿਆ, ਬਹੁਤ ਸਾਰੇ ਅਮੀਰਾਂ ਨੇ ਉਸ ਵਿੱਚ ਬਹੁਤ ਦਾਨ ਪਾਇਆ। ਉਹ ਜਿਹੜੇ ਵੀ ਉਸ ਇਲਾਕੇ ਦੇ ਵਿੱਚ ਅਮੀਰ ਲੋਕ ਸਨ ਉਹ ਵੀ ਜਾਣਦੇ ਸਨ ਕਿ ਉਹਨਾਂ ਦਾ ਇੱਕ ਫਰਜ਼ ਆ, ਉਹਨਾਂ ਦਾ ਇੱਕ ਜ਼ਿੰਮੇਵਾਰੀ ਆ ਕਿ ਉਹ ਪਰਮੇਸ਼ਵਰ ਦੇ ਘਰ ਦੇ ਵਿੱਚ ਜਾਣ ਤੇ ਉੱਥੇ ਆਫਰਿੰਗ ਦੇਣ। ਫਿਰ ਲਿਖਿਆ 42 ਆਇਤ ਦੇ ਵਿੱਚ, ਪਰ ਇੱਕ ਗਰੀਬ ਵਿਧਵਾ ਆਈ ਅਤੇ ਉਸ ਨੇ ਕੇਵਲ ਤਾਂਬੇ ਦੇ 2 ਛੋਟੇ ਸਿੱਕੇ ਹੀ ਪਾਏ, ਜਿਨ੍ਹਾਂ ਦਾ ਮੁੱਲ ਲਗਭਗ 1 ਪੈਸਾ ਸੀ। ਲਿਖਿਆ ਕਿ ਉਹਨਾਂ ਅਮੀਰਾਂ ਦੀ ਲਾਈਨ ਦੇ ਵਿੱਚ ਇੱਕ ਗਰੀਬ ਵਿਧਵਾ ਵੀ ਆਈ ਜਿਹਦੇ ਕੋਲ ਸਿਰਫ 2 ਤਾਂਬੇ ਦੇ ਸਿੱਕੇ ਸਨ, ਜਿਹੜੇ 1 ਪੈਨੀ ਦੇ ਬਰਾਬਰ ਜਾਂ 1 ਪੈਸੇ ਦੇ ਬਰਾਬਰ ਆ। ਸਾਨੂੰ ਸਭ ਤੋਂ ਪਹਿਲਾਂ ਇੱਥੋਂ ਇਹ ਵੇਖਣ ਨੂੰ ਪਤਾ ਚੱਲਦਾ, ਜਦੋਂ ਇਹਦੀ 43 ਆਇਤ ਨੂੰ ਵੀ ਪੜ੍ਹਦੇ ਹਾਂ, ਯੀਸ਼ੂ ਨੇ ਆਪਣੇ ਚੇਲਿਆਂ ਨੂੰ ਸੱਦ ਕੇ ਕਿਹਾ, ਇਹ ਸੱਚ ਜਾਣੋ, ਇਸ ਗਰੀਬ ਵਿਧਵਾ ਨੇ ਸਾਰਿਆਂ ਦਾਨੀਆਂ ਨਾਲੋਂ ਦਾਨ ਦੀ ਸੰਦੂਕੜੀ ਵਿੱਚ ਬਹੁਤਾ ਪਾਇਆ ਹੈ,
ਜਦੋਂ ਅਸੀਂ ਇਹਨਾਂ ਦੋਨਾਂ ਵਰਸਿਸ ਨੂੰ ਪੜ੍ਹਦੇ ਹਾਂ ਤੇ ਲਿਖਿਆ ਕਿ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਸੱਦਿਆ। ਪਹਿਲਾਂ ਪਰਮੇਸ਼ਵਰ ਸਾਰਿਆਂ ਦਾ ਦਾਨ ਦੇਖ ਰਹੇ ਸੀ, ਅਮੀਰਾਂ ਦਾ ਵੀ ਤੇ ਇਸ ਗਰੀਬ ਦੋਨਾਂ ਦਾ ਪਰਮੇਸ਼ਵਰ ਨੇ ਦਾਨ ਵੇਖਿਆ। ਪਰ ਇਸ ਗਰੀਬ ਵਿਧਵਾ ਦੇ ਦਾਨ ਪਾਉਣ ਦੇ ਨਾਲ ਪਰਮੇਸ਼ਵਰ ਨੇ ਇਹ ਯੋਗ ਸਮਝਿਆ ਕਿ ਉਹ ਆਪਣੇ ਚੇਲਿਆਂ ਨੂੰ ਸੱਦੇ ਤੇ ਉਹਨਾਂ ਨੂੰ ਕਹੇ ਕਿ ਇਸ ਗਰੀਬ ਵਿਧਵਾ ਨੇ ਬਾਕੀਆਂ ਦੇ ਬਰਾਬਰ ਜ਼ਿਆਦਾ ਪਾਇਆ। ਬਾਈਬਲ ਦੇ ਵਿੱਚ ਲਿਖਿਆ ਕਿ ਉਹਦੇ 2 ਤਾਂਬੇ ਦੇ ਸਿੱਕੇ ਜਿਹੜੇ ਸਨ ਉਹ ਸਿਰਫ 1 ਪੈਨੀ ਦੇ 1 ਪੈਸੇ ਦੇ ਬਰਾਬਰ ਸੀ ਤੇ ਅਮੀਰ ਬਹੁਤਾ ਦਾਨ ਪਾ ਰਹੇ ਸੀ। ਕਿੱਦਾਂ ਹੋ ਸਕਦਾ ਕਿ ਇਹਦੇ 2 ਸਿੱਕੇ ਉਹਨਾਂ ਅਮੀਰਾਂ ਦੇ ਹਜ਼ਾਰਾਂ ਲੱਖਾਂ ਪੈਸਿਆਂ ਨਾਲੋਂ ਜ਼ਿਆਦਾ ਕੀਮਤ ਵਾਲੇ ਬਣ ਗਏ? ਤੇ ਪਰਮੇਸ਼ਵਰ ਨੂੰ ਇਹ ਸ਼ਬਦ ਆਪਣੇ ਚੇਲਿਆਂ ਨੂੰ ਸੱਦ ਕੇ ਕਹਿਣੇ ਪਏ ਕਿ ਇਹਨੇ ਵੱਧ ਪਾਇਆ। ਪਹਿਲੇ ਨੰਬਰ ਤੇ ਸਾਨੂੰ ਦੇਖਣ ਨੂੰ ਇਹ ਮਿਲਦਾ ਕਿ ਪਰਮੇਸ਼ਵਰ ਉਹ ਚੀਜ਼ ਨਹੀਂ ਦੇਖਦਾ ਜੋ ਆਮ ਲੋਕੀ, ਆਮ ਦੁਨੀਆ ਦੇਖਦੀ। ਲਿਖਿਆ ਕਿ ਪ੍ਰਭੂ ਨੂੰ ਆਪਣੇ ਚੇਲਿਆਂ ਨੂੰ ਸੱਦਣਾ ਪਿਆ। ਇਹਦਾ ਮਤਲਬ ਪਰਮੇਸ਼ਵਰ ਦੇ ਚੇਲਿਆਂ ਦਾ ਧਿਆਨ ਹੋ ਸਕਦਾ ਕਿ ਉਹਨਾਂ ਅਮੀਰਾਂ ਦੇ ਦਾਨਾਂ ਦੇ ਵੱਲ ਹੋਏ ਜੋ ਬਹੁਤਾ ਪੈਸਾ ਪ੍ਰਭੂ ਦੇ ਚਰਨਾਂ ਦੇ ਵਿੱਚ ਲਿਆ ਰਹੇ ਸੀ, ਜੋ ਮਹਿੰਗੇ ਵਧੀਆ ਸੋਹਣੇ ਗਿਫਟਸ ਪਰਮੇਸ਼ਵਰ ਦੇ ਘਰ ਦੇ ਵਿੱਚ ਦਾਨ ਦੀ ਸੰਦੂਕੜੀ ਦੇ ਵਿੱਚ ਚੜਾ ਰਹੇ ਸਨ। ਤੇ ਪ੍ਰਭੂ ਦੇ ਚੇਲੇ ਦੇਖਦੇ ਹੋਣੇ ਆ ਕਿ ਉਹ ਬੰਦੇ ਨੇ ਕਿੰਨੇ ਪੈਸੇ ਪਾ ਦਿੱਤੇ, ਉਹਨੇ ਕਿੰਨਾ ਸੋਹਣਾ ਪਰਮੇਸ਼ਵਰ ਦੇ ਘਰ ਤੋਹਫਾ ਦਿੱਤਾ, ਉਹਨੇ ਕਿੰਨਾ ਮਾਲ, ਕਿੰਨੀ ਧਨ ਦੌਲਤ ਆਪਣੀ ਪਰਮੇਸ਼ਵਰ ਲਈ ਦਿੱਤੀ। ਪਰ ਪ੍ਰਭੂ ਯਿਸੂ ਮਸੀਹ ਨੇ ਇਸ ਗਰੀਬ ਦੇ 2 ਸਿੱਕਿਆਂ ਵੱਲ ਧਿਆਨ ਦਿੱਤਾ। ਪਰਮੇਸ਼ਵਰ ਬਾਕੀ ਆਮ ਲੋਕਾਂ ਦੀ ਤਰ੍ਹਾਂ ਸਾਡੇ ਦਾਨ ਨੂੰ ਨਹੀਂ ਦੇਖਦਾ, ਉਹ ਸਾਡੇ ਦਿਲ ਨੂੰ ਦੇਖਦਾ ਕਿ ਅਸੀਂ ਕਿਸ ਨਜ਼ਰੀਏ ਦੇ ਨਾਲ ਉਹਦੇ ਅੱਗੇ ਦਾਨ ਲਿਆਉਂਦੇ। ਫਿਰ ਪ੍ਰਭੂ ਨੇ ਕਿਹਾ, ਫਿਰ ਸਾਨੂੰ ਪਤਾ ਚੱਲਦਾ ਕਿ ਪਰਮੇਸ਼ਵਰ ਦੀ ਕੈਲਕੂਲੇਸ਼ਨ ਤੇ ਦੁਨੀਆ ਦੀ ਕੈਲਕੂਲੇਸ਼ਨ ਦੇ ਵਿੱਚ ਕਿੰਨਾ ਫਰਕ ਆ। ਪਰਮੇਸ਼ਵਰ ਨੇ ਕਿਹਾ ਇਹਦੇ 2 ਸਿੱਕੇ ਉਹਨਾਂ ਦੇ ਹਜ਼ਾਰਾਂ ਲੱਖਾਂ ਨਾਲੋਂ ਕਿਤੇ ਵੱਧ ਨੇ। ਯਾਨੀ ਕਿ ਬਾਈਬਲ ਦੇ ਵਿੱਚ ਲਿਖਿਆ ਕਿਉਂਕਿ ਬਾਕੀਆਂ ਨੇ ਆਪਣੇ ਬਹੁਤੇ ਵਿੱਚੋਂ ਜੋ ਉਹਨਾਂ ਕੋਲ ਵਾਧੂ ਸੀ ਉਹਨਾਂ ਵਿੱਚੋਂ ਪਾਇਆ, ਪਰ ਇਸ ਗਰੀਬ ਵਿਧਵਾ ਨੇ ਜੋ ਇਹਦੀ ਗਰੀਬੀ ਵਿੱਚ ਇਸ ਕੋਲ ਸੀ ਆਪਣੀ ਸਾਰੀ ਜੀਵਿਕਾ ਦਾਨ ਵਿੱਚ ਦੇ ਦਿੱਤੀ। ਇਹ ਰੀਜ਼ਨ ਸੀਗਾ, ਇਹ ਕਾਰਨ ਸੀਗਾ ਕਿ ਜੋ ਕੋਲ ਇਸ ਗਰੀਬ ਵਿਧਵਾ ਦੇ ਕੋਲ ਸੀਗਾ ਇਹਨੇ ਉਹ ਸਾਰਾ ਕੁਝ ਪਰਮੇਸ਼ਵਰ ਦੇ ਦਾਨ ਦੇ ਵਿੱਚ ਦੇ ਦਿੱਤਾ। ਪਰਮੇਸ਼ਵਰ ਨੇ ਇਹਦਾ ਸੈਕਰੀਫਾਈਸ ਦਾ ਲੈਵਲ ਦੇਖਿਆ ਕਿ ਜੇ ਕਿਸੇ ਮਨੁੱਖ ਦੇ ਕੋਲ 1000 ਰੁਪਈਆ ਤੇ ਉਹ 10 ਰੁਪਏ ਦਾਨ ਦੇ ਰਿਹਾ ਤੇ ਉਹਦੇ ਕੋਲ 9090 ਰੁਪਏ ਬਾਕੀ ਨੇ ਤੇ ਉਹਦੇ ਕੋਲ ਕਾਫੀ ਆ ਕਿ ਉਹ ਆਪਣੀ ਜ਼ਿੰਦਗੀ ਨੂੰ ਉਹਦੇ ਨਾਲ ਚਲਾ ਸਕੇ। ਪਰ ਇਹਦੇ ਕੋਲ ਜੋ ਕੁਝ ਸੀਗਾ ਇਹਨੇ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਲਿਆ ਕੇ ਰੱਖ ਦਿੱਤਾ। ਇਹ ਆ ਪਰਮੇਸ਼ਵਰ ਦਾ ਤੇ ਦੁਨੀਆ ਦਾ ਨਜ਼ਰੀਆ ਦੇਖਣ ਦਾ। ਪਰਮੇਸ਼ਵਰ ਨੇ ਦੇਖਿਆ ਕਿ ਇਹਨੇ ਆਪਣੇ ਪਿੱਛੇ ਕੁਝ ਬਚਾ ਕੇ ਨਹੀਂ ਰੱਖਿਆ। ਇਹਨੇ ਇਹ ਪਰਵਾਹ ਨਹੀਂ ਕੀਤੀ ਕਿ ਜਿਹਦੇ ਕੋਲ 2 ਹੀ ਸੀਗੇ ਤੇ ਇਹਨੇ ਇਹ ਨਹੀਂ ਸੋਚਿਆ ਕਿ ਮੈਂ 1 ਦੇ ਦਿੰਨੀ ਆ ਤੇ ਮੈਂ 1 ਆਪਣੇ ਕੋਲ ਰੱਖ ਦਿੰਨੀ। ਨੋ, ਇਹਨੇ ਪਰਮੇਸ਼ਵਰ ਦੇ ਕੋਲ ਆਈ ਤੇ ਲਿਖਿਆ ਇਹਦੇ ਕੋਲ ਜੋ ਵੀ ਇਹਦੇ ਜੀਵਨ ਦਾ ਸੋਰਸ ਸੀਗਾ, ਇਹਦੀ ਜ਼ਿੰਦਗੀ ਦੇ ਜੀਣ ਦਾ ਜੋ ਇਹਦੇ ਕੋਲ ਬਚਿਆ, ਜੋ ਇਹਦੇ ਕੋਲ ਰਹਿ ਗਿਆ ਸੀਗਾ, ਇਹਨੇ ਉਹ ਵੀ ਪ੍ਰਭੂ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ। ਹੋ ਸਕਦਾ ਉਸ ਮਾਹੌਲ ਦੇ ਵਿੱਚ ਅਮੀਰ ਲੋਕਾਂ ਦੇ ਸੋਹਣੇ ਵੱਡੇ ਤੋਹਫੇ ਉਸ ਆਸ-ਪਾਸ ਦੀ ਦੁਨੀਆ ਦੇ ਵਿੱਚ, ਉਸ ਆਸ-ਪਾਸ ਦੇ ਇਲਾਕੇ ਦੇ ਵਿੱਚ ਜ਼ੋਰਾਂ ਸ਼ੋਰਾਂ ਦੇ ਨਾਲ ਸ਼ੋਰ ਮਚਾਉਂਦੇ ਹੋਣ ਕਿ ਸਾਡਾ ਦਾਨ ਜਾਂ ਸਾਡੇ ਤੋਹਫੇ ਕਿੰਨੇ ਵੱਡੇ ਤੇ ਅਸੀਂ ਕਿੱਦਾਂ ਪਰਮੇਸ਼ਵਰ ਦੇ ਸੰਦੂਕ ਨੂੰ ਭਰ ਰਹੇ ਹਾਂ। ਪਰ ਪ੍ਰਭੂ ਦੇ ਵਚਨ ਦੇ ਵਿੱਚ ਜਦੋਂ ਅਸੀਂ ਇਸ ਪੈਸੇਜ ਨੂੰ ਦੇਖਦੇ ਹਾਂ ਸਾਨੂੰ ਪਤਾ ਚੱਲਦਾ ਕਿ ਇਸ ਗਰੀਬ ਵਿਧਵਾ ਦੇ 2 ਸਿੱਕਿਆਂ ਦੀ ਆਵਾਜ਼ ਸਵਰਗ ਤੱਕ ਪਹੁੰਚੀ। ਇਹ ਮਨੁੱਖਾਂ ਤੱਕ ਨਹੀਂ ਰਹੀ, ਇਹ ਮਨੁੱਖਾਂ ਦੇ ਵੇਖਣ ਤੱਕ ਨਹੀਂ ਰਹੀ, ਇਹ ਇਨਸਾਨਾਂ ਦੀ ਨਜ਼ਰੀਏ ਤੱਕ ਨਹੀਂ ਰਹੀ, ਇਹ ਪਰਮੇਸ਼ਵਰ ਤੱਕ ਪਹੁੰਚੀ। ਇਹਦੀ ਆਵਾਜ਼, ਇਹਨਾਂ 2 ਸਿੱਕਿਆਂ ਦੀ ਆਵਾਜ਼ ਸਵਰਗ ਤੱਕ ਪਹੁੰਚੀ, ਜਿਹਨੂੰ ਪ੍ਰਭੂ ਯਿਸੂ ਮਸੀਹ ਨੇ ਜਦੋਂ ਨੋਟਿਸ ਕੀਤਾ, ਆਪਣੇ ਚੇਲਿਆਂ ਨੂੰ ਸੱਦਿਆ ਤੇ ਉਹਨਾਂ ਨੂੰ ਸਿਖਾਉਣ ਦੇ ਲਈ ਕਿਹਾ ਕਿ ਮੈਂ ਸੱਚ ਕਹਿੰਦਾ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇਸ ਗਰੀਬ ਵਿਧਵਾ ਦੇ 2 ਸਿੱਕੇ ਇਹਨਾਂ ਬਾਕੀ ਅਮੀਰਾਂ ਦੇ ਨਾਲੋਂ ਕਿਤੇ ਵੱਧ ਨੇ, ਇਹ ਕਿਤੇ ਆਦਰਯੋਗ ਨੇ, ਇਹਨਾਂ ਦੀ ਵੈਲਿਊ ਕਿਤੇ ਉਹਨਾਂ ਨਾਲੋਂ ਵੱਧ ਆ। ਜਦੋਂ ਤੀਸਰੇ ਨੰਬਰ ਤੇ ਅਸੀਂ ਦੇਖਦੇ ਆ ਤੇ ਇਸ ਗਰੀਬ ਵਿਧਵਾ ਦਾ ਵਿਸ਼ਵਾਸ ਪਰਮੇਸ਼ਵਰ ਦੇ ਉੱਤੇ ਕਿੰਨਾ ਸੀਗਾ। ਇਹ ਕਿੰਨੀ ਫੇਥਫੁਲ ਸੀ ਪ੍ਰਭੂ ਦੇ ਵਚਨਾਂ ਦੇ ਨਾਲ ਕਿ ਜਿੱਦਾਂ ਇਹਨੂੰ ਪਤਾ ਕਿ ਅਮੀਰ ਲੋਕ ਆਪਣੇ ਦਿੱਤੇ ਦੇ ਵਿੱਚੋਂ ਦੇ ਰਹੇ, ਆਪਣੀ ਕਮਾਈ ਦੇ ਵਿੱਚੋਂ ਦੇ ਰਹੇ ਆ, ਇਹ ਵੀ ਪ੍ਰਭੂ ਦੇ ਵਚਨਾਂ ਦੇ ਨਾਲ ਕਮਿਟਡ ਸੀਗੀ ਕਿ ਮੇਰਾ ਕੁਝ ਫਰਜ਼ ਆ ਕਿ ਮੈਂ ਪਰਮੇਸ਼ਵਰ ਦੇ ਲਈ ਕਰਾਂ, ਮੇਰਾ ਕੁਝ ਫਰਜ਼ ਆ ਕਿ ਮੈਂ ਪਰਮੇਸ਼ਵਰ ਦੇ ਲਈ ਕੁਝ ਕਰਾਂ। ਅਜ਼ੀਜ਼ੋ, ਇੱਕ ਵਿਧਵਾ ਔਰਤ ਦਾ ਜੀਵਨ ਕਿੰਨਾ ਦੁੱਖ ਭਰਿਆ, ਕਿੰਨਾ ਇੱਥੇ ਲਿਖਿਆ ਹੋਇਆ, ਪਾਰਟਿਕੂਲਰਲੀ ਲਿਖਿਆ ਹੋਇਆ ਇੱਕ ਗਰੀਬ ਵਿਧਵਾ ਦਾ ਦਾਨ। ਯਾਨੀ ਕਿ ਇੱਕ ਤੇ ਉਹ ਵਿਧਵਾ, ਉਤੋਂ ਗਰੀਬ, ਉਹਦਾ ਹਸਬੈਂਡ ਨਹੀਂ ਹੈਗਾ। ਉਹਨਾਂ ਸਮਿਆਂ ਦੇ ਵਿੱਚ, ਅੱਜ ਤਾਂ ਅਸੀਂ ਜਾਣਦੇ ਆ ਕਿ ਇੱਕ ਔਰਤ ਜਿੱਥੇ ਮਰਜ਼ੀ ਜਾ ਕੇ ਕੰਮ ਕਰ ਸਕਦੀ ਆ,
ਉਹਨਾਂ ਸਮਿਆਂ ਦੇ ਵਿੱਚ ਔਰਤ ਦਾ ਕੰਮ ਕਰਨਾ ਇੰਨਾ ਸੌਖਾ ਨਹੀਂ ਸੀਗਾ। ਉਹਦਾ ਘਰ ਵਾਲਾ ਕਮਾ ਕੇ ਘਰ ਲਿਆਏ ਤੇ ਉਹ ਔਰਤ ਭਾਗਾਂ ਵਾਲੀ, ਉਹ ਔਰਤ ਸੁਖੀ ਸਮਝੀ ਜਾਂਦੀ ਸੀ ਕਿ ਉਹਦੇ ਘਰ ਦੇ ਵਿੱਚ ਇੱਕ ਕੋਈ ਇਨਸਾਨ ਆ ਜੋ ਕਮਾ ਸਕਦਾ, ਜਿਹਦੇ ਨਾਲ ਉਹਨਾਂ ਦਾ ਪਰਿਵਾਰ ਖਾਣਾ ਖਾ ਸਕਦਾ। ਇਸ ਗਰੀਬ ਵਿਧਵਾ ਦਾ ਘਰ ਵਾਲਾ ਨਹੀਂ ਆ, ਇਹਦੇ ਕੋਲ ਕੋਈ ਸੋਰਸ ਆਫ ਇਨਕਮ ਨਹੀਂ ਆ, ਇਹਨੂੰ ਕੁਝ ਨਹੀਂ ਪਤਾ ਇਹਦੀ ਜ਼ਿੰਦਗੀ ਦੇ ਵਿੱਚ ਅੱਗੇ ਇਹਦੇ ਕੋਲ ਰੋਟੀ ਕਿੱਥੋਂ ਆਉਣੀ, ਇਹਨੂੰ ਕੁਝ ਨਹੀਂ ਪਤਾ ਇਹਦੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਇਹਦੀਆਂ ਜ਼ਰੂਰਤਾਂ ਕੌਣ ਪੂਰੀਆਂ ਕਰੇਗਾ। ਪਰ ਤਾਂ ਵੀ ਇਹਦਾ ਵਿਸ਼ਵਾਸ ਜ਼ਿੰਦੇ ਪਰਮੇਸ਼ਵਰ ਦੇ ਉੱਤੇ, ਯਹੋਵਾ ਪਰਮੇਸ਼ਵਰ ਤੇ ਸੀਗਾ। ਇਹਦੇ ਕੋਲ ਜੋ ਕੁਝ ਸੀਗਾ ਇਹਨੇ ਪ੍ਰਭੂ ਨੂੰ ਦੇ ਦਿੱਤਾ। ਇਹਦਾ ਸੈਕਰੀਫਾਈਸ ਦਾ ਲੈਵਲ ਦੇਖੀਏ ਅਸੀਂ ਜਦੋਂ, ਤੇ ਜਿਹੜਾ ਬਹੁਤਿਆਂ ਵਿੱਚੋਂ ਥੋੜਾ ਜਿਹਾ ਦਿੰਦਾ, ਉਹਦੇ ਸਿਹਤ ਤੇ ਜਾਂ ਉਹਦੀ ਜ਼ਿੰਦਗੀ ਦੇ ਵਿੱਚ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ। ਪਰ ਇਹ ਵਿਧਵਾ ਕਿੰਨੀ ਕਮਿਟਡ ਸੀਗੀ ਪਰਮੇਸ਼ਵਰ ਦੇ ਨਾਲ। ਇਹਦੇ ਕੋਲ ਜੋ ਕੁਝ ਸੀਗਾ ਇਹਨੇ ਪਰਮੇਸ਼ਵਰ ਦੇ ਦਾਨ ਪਾਤਰ ਦੇ ਵਿੱਚ ਉੱਥੇ ਪਾ ਦਿੱਤਾ। ਅੱਜ ਮੈਂ ਤੇ ਤੁਸੀਂ ਜਦੋਂ ਇਹਦੇ ਇਸ ਲੈਵਲ ਨੂੰ ਗ੍ਰੈਬ ਕਰਦੇ ਆ, ਜਦੋਂ ਇਹਦੇ ਲੈਵਲ ਨੂੰ ਅਬਜ਼ਰਵ ਕਰਦੇ ਆ, ਤੇ ਇਹ ਵਿਧਵਾ ਪਰਵਾਹ ਕਰਨ ਵਾਲੀ ਨਹੀਂ ਸੀਗੀ, ਬਲਕਿ ਪਰਮੇਸ਼ਵਰ ਤੇ ਭਰੋਸਾ ਕਰਨ ਵਾਲੀ ਸੀ। ਇਹ ਚਿੰਤਾ ਵਾਲੀ ਜਾਂ ਇਹ ਪਰੇਸ਼ਾਨ ਰਹਿਣ ਵਾਲੀ ਵਿਧਵਾ ਨਹੀਂ ਸੀਗੀ। ਇਹ ਪਰਮੇਸ਼ਵਰ ਦੇ ਲਈ ਕੁਝ ਕਰਨ ਦੇ ਜਜ਼ਬੇ ਦੇ ਨਾਲ, ਉਸ ਬਿਹੇਵੀਅਰ ਦੇ ਨਾਲ, ਉਸ ਐਟੀਟਿਊਡ ਦੇ ਨਾਲ ਜੀਣ ਵਾਲੀ ਵਿਧਵਾ ਸੀਗੀ ਕਿ ਜਿਹੜਾ ਪਰਮੇਸ਼ਵਰ, ਜਿਹੜਾ ਹਰ ਇੱਕ ਚੀਜ਼, ਜਿਹੜਾ ਜ਼ਿੰਦਾ ਪਰਮੇਸ਼ਵਰ ਜਿਹਦੀ ਇਹ ਆਰਾਧਨਾ ਕਰਦੀ, ਜਿਹਦੇ ਹੁਕਮਾਂ ਨੂੰ ਮੰਨਦੀ, ਉਹ ਕਿੱਦਾਂ ਨਹੀਂ ਇਹਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰੇਗਾ। ਇਹ ਵਿਧਵਾ ਪਰਮੇਸ਼ਵਰ ਦੇ ਨਾਲ, ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਇਸ ਨਜ਼ਰੀਏ ਦੇ ਨਾਲ ਆਈ ਕਿ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਪਿੱਛੇ ਨਹੀਂ ਰਵਾਂਗੀ। ਅਜ਼ੀਜ਼ੋ, ਜਦੋਂ ਅਸੀਂ ਇਸ ਵਿਧਵਾ ਦੇ ਸੱਚਮੁੱਚ ਇਹਦੇ ਜੀਵਨ ਦੇ ਵੱਲ ਗੌਰ ਕਰਦੇ ਹਾਂ ਤੇ ਇੱਕ ਇਹੋ ਜਿਹੀ ਸਟੇਟ ਦੇ ਵਿੱਚ ਸੀਗੀ ਜਿੱਥੇ ਇਹਨੂੰ ਚੈਰਿਟੀ ਮਿਲਣ ਦੀ ਜ਼ਰੂਰਤ ਆ। ਯਾਨੀ ਕਿ ਇਹਨੂੰ ਇਹ ਐਕਸਪੈਕਟ ਕਰਨਾ ਚਾਹੀਦਾ ਸੀਗਾ, ਆਮ ਜਿੱਦਾਂ ਲੋਕੀ ਸੋਚਦੇ ਨੇ ਕਿ ਵਿਧਵਾ ਆ ਤੇ ਸਾਨੂੰ ਇਹਦੀ ਮਦਦ ਕਰਨੀ ਚਾਹੀਦੀ ਆ ਕਿ ਅਸੀਂ ਇਹਦੀ ਮਦਦ ਕਰੀਏ, ਆਪਣਾ ਘਰ-ਬਾਰ ਚਲਾ ਸਕੇ। ਪਰ ਜਦੋਂ ਅਸੀਂ ਧਿਆਨ ਦੇ ਨਾਲ ਦੇਖੀਏ, ਇਹ ਵਿਧਵਾ ਜਿਹਨੂੰ ਖੁਦ ਲੋਕਾਂ ਦੀ ਮਦਦ ਦੀ ਜ਼ਰੂਰਤ ਸੀਗੀ, ਇਹ ਦਾਨ ਕਰ ਰਹੀ ਆ। ਇਹ ਆਪਣੇ ਜੋ ਕੋਲ ਇਹਦੇ ਕੋਲ ਸੀਗਾ ਇਹ ਉਹਦੇ ਵਿੱਚੋਂ ਦੇ ਰਹੀ ਆ। ਕਿੰਨਾ ਵੱਡਾ ਬਲੀਦਾਨ ਇਸ ਵਿਧਵਾ ਦੇ ਮਨ ਦੇ ਵਿੱਚ ਸੀਗਾ। ਉਹ ਪਰਮੇਸ਼ਵਰ ਨੇ ਦੇਖਿਆ ਜਿਹੜਾ ਆਮ ਲੋਕਾਂ ਨੇ ਨਹੀਂ ਦੇਖਿਆ, ਜੋ ਈਵਨ ਪਰਮੇਸ਼ਵਰ ਦੇ ਚੇਲਿਆਂ ਨੇ ਵੀ ਨਹੀਂ ਦੇਖਿਆ। ਪਰਮੇਸ਼ਵਰ ਨੇ ਇਸ ਵਿਧਵਾ ਦੇ ਦਿਲ ਦਾ ਬਲੀਦਾਨ ਦੇਖਿਆ ਕਿ ਜਿਹਦੇ ਕੋਲ ਕੋਈ ਸੋਰਸ ਆਫ ਇਨਕਮ ਨਹੀਂ, ਜਿਹਨੂੰ ਕੁਝ ਨਹੀਂ ਪਤਾ ਕਿ ਉਹਦੀ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਸਮਾਂ ਕਿੱਦਾਂ ਦਾ ਹੋਵੇਗਾ, ਜਿਹੜੀ ਖੁਦ ਦੂਸਰਿਆਂ ਦੀ ਮਦਦ ਲੈਣ ਦੇ ਲਈ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਆਸ ਰੱਖਦੀ ਹੋਏਗੀ, ਉਹ ਜੋ ਕੁਝ ਉਹਦੇ ਕੋਲ ਸੀਗਾ ਉਹ ਪਰਮੇਸ਼ਵਰ ਨੂੰ ਦੇ ਰਹੀ ਆ। ਵਾਓ, ਸੱਚਮੁੱਚ ਇਸ ਵਿਧਵਾ ਦੇ ਜੀਵਨ ਦੇ ਵਿੱਚੋਂ ਮੈਨੂੰ ਤੇ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ। ਜਦੋਂ ਮੈਂ ਇਸ ਪੈਸੇਜ ਨੂੰ ਆਪਣੀ ਜ਼ਿੰਦਗੀ ਦੇ ਨਾਲ ਰਿਲੇਟ ਕਰਦਾ, ਜਦੋਂ ਮੈਂ ਛੋਟੀ ਉਮਰ ਦੇ ਵਿੱਚੋਂ ਜਦੋਂ ਚਰਚ ਜਾਂਦਾ ਸੀਗਾ ਤੇ ਉਦੋਂ ਮੈਂ ਆਪਣੇ ਪੇਰੈਂਟਸ ਦੇ ਕੋਲ ਪੈਸੇ ਲੈਂਦਾ ਸੀਗਾ ਵੀ ਮੈਨੂੰ ਪੈਸੇ ਦਿਓ, ਮੈਂ ਵੀ ਉੱਥੇ ਜਾ ਕੇ ਆਫਰਿੰਗ ਪਾਉਣੀ, ਤੇ ਇੱਕ ਹੱਥ ਨਾਲ ਆਪਣੇ ਪੇਰੈਂਟਸ ਕੋ ਪੈਸੇ ਫੜ ਲੈਣੇ, ਉਹ ਡੋਨੇਸ਼ਨ ਬਾਕਸ ਦੇ ਵਿੱਚ ਪਾ ਦੇਣੇ। ਇਹ ਬੜਾ ਮੇਰੇ ਲਈ ਸੌਖਾ ਸੀਗਾ ਕਿ ਗਿਵ ਐਂਡ ਟੇਕ ਦਾ ਪ੍ਰੋਸੈਸ ਸੀਗਾ ਕਿ ਮੰਮੀ ਕੋ ਜਾਂ ਡੈਡੀ ਕੋ ਲੈ ਲਓ ਤਾਂ ਡੋਨੇਸ਼ਨ ਬਾਕਸ ਦੇ ਵਿੱਚ ਪਾ ਦਿਓ। ਪਰ ਜਦੋਂ ਮੈਂ ਗ੍ਰੇਡ 8-9 ਦੇ ਵਿੱਚ ਸੀਗਾ, ਆਪਣੀ 9ਵੀਂ-8ਵੀਂ ਕਲਾਸ ਦੇ ਵਿੱਚ ਸੀਗਾ, ਤੇ ਜਦੋਂ ਸਾਨੂੰ ਗਰਮੀ ਦੀਆਂ ਛੁੱਟੀਆਂ ਪੈਂਦੀਆਂ ਸੀਗੀਆਂ ਤੇ ਮੈਂ ਪਹਿਲੀ ਵਾਰ ਜਦੋਂ ਆਪਣੇ ਫਰੈਂਡਸ ਦੇ ਨਾਲ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਗਿਆ, ਮੈਂ ਜਸਟ ਉਹਨਾਂ ਦੇ ਨਾਲ ਵੀ ਮੈਂ ਉਹਨਾਂ ਦੀ ਕੰਪਨੀ ਦੇ ਵਿੱਚ ਜਾਵਾਂ, ਮੈਂ ਉਹਨਾਂ ਦੇ ਨਾਲ ਟਾਈਮ ਸਪੈਂਡ ਕਰ ਸਕੂੰਗਾ, ਮੈਂ ਘਰ ਇਕੱਲੇ ਨੇ ਕੀ ਕਰਨਾ। ਤੇ ਜਦ ਅਸੀਂ ਉੱਥੇ, ਮੈਨੂੰ ਪਤਾ ਚੱਲਿਆ ਜਦੋਂ ਸਾਰਾ ਦਿਨ ਤੁਸੀਂ ਖੇਤਾਂ ਦੇ ਵਿੱਚ ਕੰਮ ਕਰਦੇ ਹੋ, ਤੁਹਾਡਾ ਸਰੀਰ, ਤੁਹਾਨੂੰ ਪਤਾ ਚੱਲਦਾ ਕਿ ਤੁਸੀਂ ਕੰਮ ਕੀਤਾ, ਤੁਹਾਡਾ ਸਰੀਰ ਥੱਕਿਆ ਹੁੰਦਾ, ਤੁਹਾਡਾ ਸਰੀਰ, ਤੁਸੀਂ ਟੁੱਟ ਕੇ ਕੰਮ ਕਰਦੇ ਹੋ, ਤੁਸੀਂ ਮਿਹਨਤ ਕਰਦੇ ਹੋ, ਤੇ ਜਦੋਂ ਲਾਸਟ ਦੇ ਵਿੱਚ ਤੁਹਾਨੂੰ ਚਾਹੇ ਉਹ ਥੋੜੇ ਜਿਹੇ ਪੈਸੇ ਹੀ ਹੋਣ ਜਾਂ ਜਿੰਨੇ ਵੀ ਪੈਸੇ ਮਿਲਣ, ਤੁਹਾਨੂੰ ਬਹੁਤ ਖੁਸ਼ੀ ਮਿਲਦੀ ਕਿ ਮੈਨੂੰ ਮੇਰੀ ਮਿਹਨਤ ਦੀ ਕਮਾਈ ਮਿਲੀ। ਤੇ ਜੇਕਰ ਕੋਈ ਆ ਕੇ ਤੁਹਾਨੂੰ ਕਹੇ ਕਿ ਇਹ ਮਿਹਨਤ ਦੀ ਕਮਾਈ ਬਸ ਤੂੰ ਦੇ ਦੇ, ਤੂੰ ਸਾਰਾ ਦਿਨ ਕੰਮ ਕੀਤਾ ਤੇ ਹੁਣ ਲਾਸਟ ਦੇ ਵਿੱਚ ਤੂੰ ਇਹ ਦੇ ਦੇ, ਤੇ ਤੁਸੀਂ ਕਹੋਗੇ ਤੇਰਾ ਦਿਮਾਗ ਖਰਾਬ ਆ, ਸਾਰਾ ਦਿਨ ਮੈਂ ਕੰਮ ਕੀਤਾ, ਸਾਰਾ ਦਿਨ ਮੈਂ ਆਪਣੇ ਸਰੀਰ ਨੂੰ ਥਕਾਇਆ, ਸਾਰਾ ਦਿਨ ਮੈਂ ਹਾਰਡ ਵਰਕ ਕੀਤਾ ਤੇ ਹੁਣ ਤੂੰ ਕਹਿਣਾ ਇਹ ਪੈਸੇ ਦੇ ਦੇ।
ਪਰ ਜਦ ਅਸੀਂ ਉਸ ਮਿਹਨਤ ਦੀ ਕੀਤੀ ਹੋਈ ਕਮਾਈ ਦੇ ਵਿੱਚੋਂ ਵੀ ਪਰਮੇਸ਼ਵਰ ਨੂੰ ਕੁਝ ਦੱਸਦੇ ਹਾਂ ਕਿ ਪ੍ਰਭੂ ਜੀ ਤੁਸੀਂ ਮੈਨੂੰ ਫਜ਼ਲ ਬਖਸ਼ਿਆ, ਤੁਸੀਂ ਮੈਨੂੰ ਤੰਦਰੁਸਤੀ ਦਿੱਤੀ, ਤੁਸੀਂ ਮੈਨੂੰ ਮੇਰੇ ਤੇ ਕਿਰਪਾ ਕੀਤੀ, ਇਸ ਯੋਗ ਬਣਾਇਆ ਮੈਨੂੰ ਕਿ ਮੈਂ ਆਪਣੇ ਹੱਥਾਂ ਤੇ ਆਪਣੇ ਪੈਰਾਂ ਦੇ ਨਾਲ, ਆਪਣੇ ਇਸ ਸਰੀਰ ਦੇ ਨਾਲ ਕੰਮ ਕਰ ਸਕਾਂ ਤੇ ਮੈਂ ਉਸ ਕਮਾਈ ਨੂੰ ਲੈ ਸਕਾਂ ਤੇ ਉਹਦੇ ਨਾਲ ਖਾ ਸਕਾਂ, ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਾਂ, ਤੇ ਕਿਉਂ ਨਾ ਮੈਂ ਤੁਹਾਡੀ ਦਿੱਤੇ ਹੋਏ ਵਿੱਚੋਂ ਤੁਹਾਨੂੰ ਵਾਪਸ ਦੇ ਸਕਾਂ। ਇਸ ਵਿਧਵਾ ਦੇ ਕੋਲ ਹਜੇ ਕੋਈ ਸੋਰਸ ਆਫ ਇਨਕਮ ਨਹੀਂ, ਇਹ ਤੇ ਸਾਡੇ ਨਾਲ ਵੀ ਕਿਤੇ ਗੁਣਾ ਜ਼ਿਆਦਾ ਗਰੀਬ ਸੀਗੀ, ਪਰ ਇਹਦਾ ਐਟੀਟਿਊਡ, ਇਹਦਾ ਬਿਹੇਵੀਅਰ, ਇਹਦਾ ਨਜ਼ਰੀਆ ਪਰਮੇਸ਼ਵਰ ਦੇ ਲਈ ਮੈਂ ਕਹਿੰਦਾ ਮੇਰੇ ਤੇ ਤੁਹਾਡੇ ਨਾਲੋਂ ਕਿਤੇ ਉੱਚਾ ਸੀਗਾ। ਮੈਨੂੰ ਸੱਚਮੁੱਚ ਉਦੋਂ ਫੀਲ ਹੁੰਦਾ ਸੀਗਾ ਕਿ ਜਦੋਂ ਮੈਂ ਆਪਣਾ 10% ਜੋ ਕੁਝ ਵੀ ਮੈਨੂੰ ਮਿਲਦਾ ਸੀ ਜਦੋਂ ਮੈਂ ਦਿੰਦਾ ਸੀਗਾ, ਮੈਨੂੰ ਸੱਚਮੁੱਚ ਉਦੋਂ ਪਤਾ ਚੱਲਦਾ ਸੀਗਾ ਕਿ ਲੋਕ ਪਤਾ ਨਹੀਂ ਕਿਉਂ ਪਰਮੇਸ਼ਵਰ ਦੀ ਉਸ ਕਿਰਪਾ ਨੂੰ ਭੁੱਲ ਜਾਂਦੇ ਆ, ਜਾਂ ਕਿਉਂ ਪਰਮੇਸ਼ਵਰ ਦੀ ਉਸ ਦਿੱਤੀ ਹੋਈ ਤੰਦਰੁਸਤੀ ਦੇ ਫਜ਼ਲ ਨੂੰ, ਉਹਦੀ ਬਲੇਸਿੰਗ ਨੂੰ ਭੁੱਲ ਜਾਂਦੇ ਕਿ ਜੇ ਪ੍ਰਭੂ ਸਾਨੂੰ ਨਾ ਦਿੰਦਾ ਸਰੀਰ ਵਧੀਆ, ਜੇ ਪਰਮੇਸ਼ਵਰ ਸਾਨੂੰ ਨਾ ਚੰਗੇ ਅੰਗ ਦਿੰਦਾ, ਤੁਸੀਂ ਕਿੱਦਾਂ ਇਹਨਾਂ ਪੈਸਿਆਂ ਨੂੰ ਕਮਾ ਲੈਣਾ ਸੀ ਜਿਨ੍ਹਾਂ ਨੂੰ ਅੱਜ ਤੁਸੀਂ ਸੰਭਾਲ ਕੇ ਰੱਖਦੇ ਹੋ, ਪਰ ਸਾਡੀ ਮੌਤ ਤੋਂ ਬਾਅਦ ਇਹ ਸਾਰਾ ਨਾਸ਼ ਆ। ਇਹ ਵਿਧਵਾ ਨੇ ਉਦਾਂ ਦਾ ਕੋਈ ਬਿਹੇਵੀਅਰ ਜਾਂ ਉਦਾਂ ਦਾ ਕੋਈ ਐਟੀਟਿਊਡ ਆਪਣੇ ਵਿੱਚ ਨਾ ਆਉਣ ਦਿੱਤਾ। ਲਿਖਿਆ ਇਹਦੇ ਕੋਲ ਜੋ ਕੁਝ ਸੀਗਾ ਇਹਨੇ ਪਰਮੇਸ਼ਵਰ ਦੇ ਲਈ ਦੇ ਦਿੱਤਾ। ਅੱਜ ਮੇਰੇ ਨੂੰ ਤੇ ਤੁਹਾਨੂੰ ਇਹੀ ਸਿੱਖਣ ਦੀ ਜ਼ਰੂਰਤ ਆ ਕਿ ਜੋ ਕੁਝ ਪਰਮੇਸ਼ਵਰ ਨੇ ਸਾਨੂੰ ਦਿੱਤਾ ਅਸੀਂ ਉਹਦੇ ਵਿੱਚੋਂ ਹੀ ਪ੍ਰਭੂ ਨੂੰ ਦਿੰਨੇ, ਅਸੀਂ ਕੁਝ ਐਕਸਟਰਾ ਨਹੀਂ ਕਰਦੇ, ਪਰ ਸਿਰਫ ਯਹੋਵਾ ਮੇਰਾ ਤੇ ਤੁਹਾਡਾ, ਪਰਮੇਸ਼ਵਰ ਮੇਰਾ ਤੇ ਤੁਹਾਡਾ ਬਲੀਦਾਨ ਦੇਖਦਾ, ਮੇਰੀ ਤੇ ਤੁਹਾਡੀ ਅਸੀਂ ਕਿਹੜੀ ਚੀਜ਼ ਨਾਲ, ਕਿਸ ਨਜ਼ਰੀਏ ਦੇ ਨਾਲ ਉਹਦੇ ਅੱਗੇ ਆਪਣੀਆਂ ਚੀਜ਼ਾਂ ਨੂੰ ਪੇਸ਼ ਕਰਦੇ ਆ ਉਹ ਦੇਖਦਾ। ਉਹ ਸਾਡੀ ਕੁਆਂਟੀਟੀ ਨਹੀਂ ਦੇਖਦਾ, ਉਹ ਸਾਡੀ ਕੁਆਲਿਟੀ ਨੂੰ ਦੇਖਦਾ। ਹੋ ਸਕਦਾ ਜਦੋਂ ਅਮੀਰ ਲੋਕ ਦਾਨ ਕਰਦੇ ਹੋਣ ਤੇ ਦੂਸਰੇ ਲੋਕ ਉਹਨਾਂ ਦੀ ਕੁਆਂਟੀਟੀ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹੋਣ, ਪਰ ਪ੍ਰਭੂ ਯਿਸੂ ਮਸੀਹ ਨੇ ਇਸ ਵਿਧਵਾ ਦੇ ਮਨ ਦੀ ਕੁਆਲਿਟੀ ਨੂੰ ਦੇਖਿਆ। ਪ੍ਰਭੂ ਯਿਸੂ ਮਸੀਹ ਨੇ ਇਸ ਵਿਧਵਾ ਦੇ ਉਸ ਨਜ਼ਰੀਏ ਨੂੰ ਦੇਖਿਆ ਕਿ ਇਹ ਪਰਵਾਹ ਕੀਤੇ ਬਗੈਰ ਮੇਰੇ ਕੋਲ ਆਈ, ਇਹਦੇ ਕੋਲ ਜੋ ਕੁਝ ਸੀਗਾ ਇਹਨੇ ਦੇ ਦਿੱਤਾ। ਇਸ ਕਰਕੇ ਪਰਮੇਸ਼ਵਰ ਨੇ ਉਹਦੇ ਕੀਤੇ ਦਾਨ ਦੀ ਕਦਰ ਕੀਤੀ। ਪਰਮੇਸ਼ਵਰ ਨੇ ਉਹਦੀ ਦਿੱਤੀ ਹੋਈ ਆਫਰਿੰਗ ਨੂੰ ਸਵਰਗ ਦੇ ਵਿੱਚ ਸੁਣਿਆ, ਉਹਦੀ ਆਵਾਜ਼ ਸਵਰਗ ਤੱਕ ਪਹੁੰਚੀ ਤੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਮੈਂ ਤੁਹਾਨੂੰ ਸੱਚ ਕਹਿਣਾ, ਇਸ ਵਿਧਵਾ ਨੇ ਬਹੁਤ ਸਾਰੇ ਅਮੀਰਾਂ ਨਾਲੋਂ ਵੱਧ ਦਾਨ ਕੀਤਾ। ਅੱਜ ਪਰਮੇਸ਼ਵਰ ਦਾ ਵਚਨ ਮੈਨੂੰ ਤੇ ਤੁਹਾਨੂੰ ਇਹੀ ਸਿਖਾਉਂਦਾ ਇਸ ਪੈਸੇਜ ਦੇ ਵਿੱਚੋਂ ਕਿ ਮੈਨੂੰ ਤੇ ਤੁਹਾਨੂੰ ਇਸ ਆਦਤ ਨੂੰ ਲੈਣਾ ਚਾਹੀਦਾ ਇਸ ਵਿਧਵਾ ਔਰਤ ਦੇ ਕੋਲੋਂ ਕਿ ਅਸੀਂ ਆਪਣਾ ਬਲੀਦਾਨ ਦਾ ਲੈਵਲ ਵਧਾਈਏ, ਅਸੀਂ ਪਰਵਾਹ ਨਾ ਕਰੀਏ। ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਦਿੱਤਾ ਅਸੀਂ ਉਹਦੇ ਵਿੱਚੋਂ ਪ੍ਰਭੂ ਯਿਸੂ ਮਸੀਹ ਦੇ ਲਈ ਬਲੀਦਾਨ ਦੇਣ ਦੇ ਵਿੱਚ ਅੱਗੇ ਵਧੀਏ। ਇਸ ਵਿਧਵਾ ਨੇ ਪਰਵਾਹ ਨਹੀਂ ਕੀਤੀ। ਅੱਜ ਮੈਂ ਤੇ ਤੁਹਾਨੂੰ ਪਰਮੇਸ਼ਵਰ ਦਾ ਵਚਨ ਮੈਨੂੰ ਤੇ ਤੁਹਾਨੂੰ ਇਹੀ ਸਿਖਾਉਂਦਾ ਕਿ ਅਸੀਂ ਬਿਨਾਂ ਪਰਵਾਹ ਕੀਤੇ ਆਪਣੇ ਬਲੀਦਾਨ ਦੇ ਲੈਵਲ ਨੂੰ ਅੱਗੇ ਵਧਾਈਏ। ਇਸ ਪੈਸੇਜ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਇਹਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਕਿ ਪਰਮੇਸ਼ਵਰ ਨੇ ਉਸ ਵਿਧਵਾ ਦੀ ਜ਼ਿੰਦਗੀ ਦੇ ਵਿੱਚ ਅੱਗੇ ਕੀ ਕੀਤਾ ਜਾਂ ਕੀ ਹੋਇਆ ਹੋਏਗਾ, ਪਰ ਜਦੋਂ ਅਸੀਂ ਇਸ ਵਿਧਵਾ ਦੀ ਜ਼ਿੰਦਗੀ ਨੂੰ ਰਿਲੇਟ ਕਰਦੇ ਹਾਂ, ਪਹਿਲਾ ਰਾਜਾ ਉਹਦਾ 17 ਬਾਬ ਉਹਦੀ 13 ਤੋਂ 16 ਤੱਕ, ਜਦੋਂ ਅਸੀਂ ਤੁਸੀਂ ਸਾਰੇ ਸਟੋਰੀ ਨੂੰ ਜਾਣਦੇ ਹੋਗੇ, ਏਲੀਆ ਨਬੀ ਅਤੇ ਜ਼ਾਰਫਤ ਦੀ ਵਿਧਵਾ। ਜਦੋਂ ਇੱਥੇ ਲਿਖਿਆ ਹੋਇਆ ਕਿ ਏਲੀਆ ਨੇ ਉਸ ਵਿਧਵਾ ਔਰਤ ਨੂੰ ਕਿਹਾ, ਏਲੀਆ ਨੇ ਕਿਹਾ ਕਿ ਤੂੰ ਮੇਰੇ ਲਈ ਜਾ ਕੇ ਰੋਟੀ ਬਣਾ ਅਤੇ ਮੈਨੂੰ ਖਵਾ, ਤੇ ਤੂੰ ਘਬਰਾ ਨਾ, ਤੇ ਤੈਨੂੰ ਮੈਂ ਪਰਮੇਸ਼ਵਰ ਦਾ ਦਾਸ ਆ। ਪਰਮੇਸ਼ਵਰ ਨੇ ਏਲੀਆ ਨੂੰ ਉਸ ਵਿਧਵਾ ਕੋਲ ਭੇਜਿਆ ਤੇ ਦੀ 15 ਦੇ ਵਿੱਚ ਲਿਖਿਆ, ਜਦੋਂ ਏਲੀਆ ਨੇ ਕਿਹਾ ਕਿ ਜਾ ਤੂੰ ਮੇਰੇ ਲਈ ਰੋਟੀ ਬਣਾ ਤੇ ਮੈਨੂੰ ਖਵਾ, ਇਸ ਤੋਂ ਪਹਿਲਾਂ ਵਿਧਵਾ ਕਹਿੰਦੀ ਕਿ ਮੈਨੂੰ ਸੱਚੇ ਪਰਮੇਸ਼ਵਰ ਦੀ ਸਹੁੰ ਕਿ ਮੇਰੇ ਕੋਲ ਇੱਕ ਮੁੱਠੀ ਆਟਾ ਤੇ ਕੁੱਪੀ ਦੇ ਵਿੱਚ ਥੋੜਾ ਜਿਹਾ ਤੇਲ ਆ, ਮੈਂ ਤੇ ਮੇਰੇ ਪੁੱਤ ਨੇ ਉਹ ਖਾਣਾ ਤੇ ਅਸੀਂ ਬਾਅਦ ਵਿੱਚ ਮਰ ਜਾਣਾ। ਪਰ ਜਦੋਂ ਏਲੀਆ ਨੇ ਕਿਹਾ ਕਿ ਜਾ ਘਬਰਾ ਨਾ, ਤੂੰ ਮੇਰੇ ਲਈ ਰੋਟੀ ਲੈ ਕੇ ਆ, 15 ਦੇ ਵਿੱਚ ਲਿਖਿਆ, ਸੋ ਉਹ ਵਿਧਵਾ ਨੇ ਜਾ ਕੇ ਏਲੀਆ ਦੇ ਕਹੇ ਅਨੁਸਾਰ ਕੀਤਾ ਤੇ ਉਹਨਾਂ ਸਭ ਲਈ ਉਸ ਦੇ ਘਰ ਕਾਫੀ ਦਿਨਾਂ ਤੱਕ ਭੋਜਨ ਰਿਹਾ। ਤੇ 16 ਕਹਿੰਦੀ ਕਿ ਨਾ ਤਾਂ ਪੀਪੇ ਵਿੱਚੋਂ ਆਟਾ ਮੁੱਕਿਆ ਤੇ ਨਾ ਹੀ ਕੁੱਪੀ ਵਿਚਲਾ ਤੇਲ ਘਟਿਆ। ਪ੍ਰਭੂ ਦਾ ਵਚਨ ਕਹਿੰਦਾ ਕਿ ਸਾਡਾ ਪਰਮੇਸ਼ਵਰ ਅੱਜ ਕੱਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕੋ ਜਿਹਾ ਪਰਮੇਸ਼ਵਰ ਆ। ਜੇ ਪ੍ਰਭੂ ਨੇ ਇਹਦੇ ਪੀਪੇ ਦੇ ਵਿੱਚੋਂ, ਇਸ ਵਿਧਵਾ ਦੇ ਪੀਪੇ ਦੇ ਵਿੱਚੋਂ ਆਟਾ ਨਹੀਂ ਮੁੱਕਣ ਦਿੱਤਾ, ਇਸ ਜ਼ਾਰਫਤ ਦੀ ਵਿਧਵਾ ਦੇ ਇਹਦੀ ਕੁੱਪੀ ਦੇ ਵਿੱਚੋਂ ਤੇਲ ਨਹੀਂ ਮੁੱਕਣ ਦਿੱਤਾ, ਤੇ ਪਰਮੇਸ਼ਵਰ ਨੇ ਉਸ ਵਿਧਵਾ ਨੇ ਜਿਹਨੇ ਆਪਣੇ 2 ਸਿੱਕੇ ਵੀ ਜੋ ਕੁਝ ਉਹਦੇ ਕੋਲ ਸੀ ਪ੍ਰਭੂ ਨੂੰ ਦਾਨ ਦੇ ਦਿੱਤਾ, ਪਰਮੇਸ਼ਵਰ ਨੇ ਉਹਨੂੰ ਵੀ ਕਦੀ ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦਿੱਤੀ ਹੋਵੇਗੀ। ਅਜ਼ੀਜ਼ੋ, ਜੇ ਪਰਮੇਸ਼ਵਰ ਇਹਨਾਂ ਵਿਧਵਾਵਾਂ ਦੇ ਲਈ
ਜਿਨ੍ਹਾਂ ਕੋਲ ਕੋਈ ਸੋਰਸ ਆਫ ਇਨਕਮ ਨਹੀਂ ਆ, ਜੇ ਪ੍ਰਭੂ ਇਹਨਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦਿੰਦਾ, ਪ੍ਰਭੂ ਨੇ ਸਾਨੂੰ ਇਹਨਾਂ ਨਾਲੋਂ ਕਿਤੇ ਵੱਧ ਦਿੱਤਾ। ਅੱਜ ਮੈਂ ਤੁਹਾਨੂੰ ਪਰਮੇਸ਼ਵਰ ਦੇ ਤੁਹਾਡੇ ਫੇਥ ਨੂੰ ਚੈਲੰਜ ਕਰਦਾ, ਮੈਂ ਆਪਣੇ ਫੇਥ ਨੂੰ ਚੈਲੰਜ ਕਰਦਾ ਕਿ ਮੇਰਾ ਤੇ ਤੁਹਾਡਾ ਬਿਹੇਵੀਅਰ, ਮੇਰਾ ਤੇ ਤੁਹਾਡੀ ਆਦਤ ਜਾਂ ਮੇਰਾ ਤੇ ਤੁਹਾਡਾ ਪਰਮੇਸ਼ਵਰ ਦੇ ਪ੍ਰਤੀ ਕੀ ਯੋਗਦਾਨ ਆ ਪ੍ਰਭੂ ਦੇ ਸਵਰਗੀ ਕੰਮਾਂ ਦੇ ਵਿੱਚ ਜਾਂ ਪ੍ਰਭੂ ਦੇ ਚੈਰਿਟੀ ਵਰਕਸ ਦੇ ਵਿੱਚ। ਇਹ ਅਜ਼ੀਜ਼ੋ, ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਹੋਇਆ ਕਿ ਵਿਧਵਾਵਾਂ ਤੇ ਅਨਾਥਾਂ ਦੀ ਮਦਦ ਕਰੋ। ਯਾਨੀ ਕਿ ਪ੍ਰਭੂ ਦਾ ਵਚਨ ਕਹਿੰਦਾ ਕਿ ਇਹਨਾਂ ਨੂੰ ਤੁਹਾਡੀ ਮਦਦ ਦੀ, ਇਹਨਾਂ ਨੂੰ ਤੁਹਾਡੀ ਆਮ ਲੋਕਾਂ ਦੀ ਚੈਰਿਟੀ ਦੀ ਜ਼ਰੂਰਤ ਆ। ਪਰ ਕਿੰਨੇ ਵੱਡੇ ਦਿਲ ਤੇ ਕਿੰਨੇ ਵੱਡੇ ਬਲੀਦਾਨ ਇਹਨਾਂ ਵਿਧਵਾਵਾਂ ਦੇ ਨੇ, ਜਾਂ ਇਹਨਾਂ ਦੋਨਾਂ ਵਿਧਵਾਵਾਂ ਦੇ ਸਨ ਕਿ ਜੋ ਖੁਦ ਚੈਰਿਟੀ ਦੀ ਨੀਡ ਦੇ ਵਿੱਚ ਸਨ, ਉਹਨਾਂ ਨੇ ਚੈਰਿਟੀ ਦੇ ਵਿੱਚ ਯੋਗਦਾਨ ਪਾਇਆ। ਅੱਜ ਮੈਨੂੰ ਤੇ ਤੁਹਾਨੂੰ ਇਸ ਚੀਜ਼ ਨੂੰ ਸਿੱਖਣ ਦੀ ਕਿੰਨੀ ਜ਼ਰੂਰਤ ਆ ਕਿ ਅਸੀਂ ਇਹਨਾਂ ਨਾਲੋਂ ਕਿਤੇ ਜ਼ਿਆਦਾ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੋਇਆ ਕਿ ਮੈਂ ਤੇ ਤੁਸੀਂ ਇਹਨਾਂ ਵਿਧਵਾਵਾਂ ਦੇ, ਜਾਂ ਉਸ ਵਿਧਵਾ ਨੇ ਜਿਹਨੇ ਆਪਣੇ 2 ਸਿੱਕੇ ਪਾਏ, ਕਿ ਮੇਰਾ ਤੇ ਤੁਹਾਡਾ ਦਿਲ ਉਹਦੇ ਕੰਪੈਰੀਜ਼ਨ ਜਾਂ ਉਹਨਾਂ ਨਾਲ ਰਲਦਾ ਜਾਂ ਨਹੀਂ ਰਲਦਾ। ਅੱਜ ਪ੍ਰਭੂ ਦਾ ਵਚਨ ਮੈਨੂੰ ਤੇ ਤੁਹਾਨੂੰ ਇਹੀ ਸਿਖਾਉਂਦਾ ਕਿ ਅਸੀਂ ਆਪਣੇ ਬਲੀਦਾਨ ਦੇ ਲੈਵਲ ਨੂੰ, ਆਪਣੇ ਸੈਕਰੀਫਾਈਸ ਦੇ ਲੈਵਲ ਨੂੰ ਇਨਕਰੀਜ਼ ਕਰੀਏ। ਇਹਨਾਂ ਵਿਧਵਾਵਾਂ ਦੀਆਂ ਆਦਤਾਂ ਨੂੰ, ਇਹਨਾਂ ਦੇ ਫੇਥ ਨੂੰ, ਇਹਨਾਂ ਦੇ ਵਿਸ਼ਵਾਸ ਨੂੰ, ਇਹ ਕਿੱਦਾਂ ਪ੍ਰਭੂ ਦੇ ਵਚਨਾਂ ਦੇ ਨਾਲ ਕਮਿਟਡ ਨੇ ਤੇ ਕਿੱਦਾਂ ਪਰਮੇਸ਼ਰ ਤੇ ਭਰੋਸਾ ਰੱਖਦੇ ਨੇ। ਅਸੀਂ ਇਹਨਾਂ ਦੀਆਂ ਇਸ ਐਟੀਟਿਊਡ ਨੂੰ, ਇਹਨਾਂ ਦੇ ਇਸ ਬਿਹੇਵੀਅਰ ਨੂੰ ਆਪਣੇ ਜੀਵਨ 'ਚ ਲਿਆਈਏ ਤੇ ਪ੍ਰਭੂ ਦੇ ਸਵਰਗੀ ਰਾਜ ਦੇ ਕੰਮਾਂ ਦੇ ਵਿੱਚ ਆਪਣੀ ਕੰਟਰੀਬਿਊਸ਼ਨ ਦਈਏ। ਹੋ ਸਕਦਾ ਤੁਸੀਂ ਸੇਵਾ ਕਰਕੇ ਆਪਣੀ ਕੰਟਰੀਬਿਊਸ਼ਨ ਦਿਓ, ਤੁਹਾਡਾ ਬਹੁਤ ਬਿਜੀ ਸਕੈਜੂਲ ਹੋਏ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਬਿਜ਼ੀ ਹੋਵੋ, ਪਰ ਉਸ ਬਿਜ਼ੀਨੈਸ ਦੇ ਵਿੱਚ ਵੀ ਜਦੋਂ ਤੁਸੀਂ ਪਰਮੇਸ਼ਵਰ ਦੇ ਲਈ ਸਮਾਂ ਕੱਢਦੇ ਹੋ, ਪ੍ਰਭੂ ਦੇ ਕੰਮਾਂ ਨੂੰ ਕਰਨ ਦੇ ਲਈ ਸਮਾਂ ਕੱਢਦੇ ਹੋ, ਤੇ ਪ੍ਰਭੂ ਤੁਹਾਡੇ ਉਸ ਚੀਜ਼ ਦਾ ਆਦਰ ਕਰਦਾ, ਪ੍ਰਭੂ ਤੁਹਾਡੀ ਉਸ ਸੈਕਰੀਫਾਈਸ ਦਾ, ਤੁਹਾਡੇ ਉਸ ਬਲੀਦਾਨ ਦਾ ਆਦਰ ਕਰਦਾ, ਤੇ ਉਹ ਤੁਹਾਨੂੰ ਉਹਦੇ ਬਦਲੇ ਬਹੁਤ ਗੁਣਾ ਵੱਧ ਦਿੰਦਾ। ਹੋ ਸਕਦਾ ਜੇ ਪਰਮੇਸ਼ਵਰ ਨੇ ਤੁਹਾਨੂੰ ਜੋ ਵੀ ਟੈਲੈਂਟ ਦਿੱਤੇ, ਜੇਕਰ ਤੁਸੀਂ ਉਹਨਾਂ ਟੈਲੈਂਟਸ ਨੂੰ ਪਰਮੇਸ਼ਵਰ ਦੇ ਅੱਗੇ ਪੇਸ਼ ਕਰਦੇ ਹੋ, ਪ੍ਰਭੂ ਤੁਹਾਡੀ ਉਸ ਚੀਜ਼ ਦਾ ਆਦਰ ਕਰਦਾ। ਜੇ ਪਰਮੇਸ਼ਵਰ ਨੇ ਤੁਹਾਨੂੰ ਵੈਲਥ ਦਿੱਤੀ ਆ, ਤੁਸੀਂ ਉਹਨੂੰ ਪ੍ਰਭੂ ਦੇ ਚੈਰਿਟੀ ਵਰਕਸ ਦੇ ਲਈ ਇਸਤੇਮਾਲ ਕਰਦੇ ਹੋ, ਪਰਮੇਸ਼ਵਰ ਤੁਹਾਡੀ ਉਸ ਚੀਜ਼ ਦਾ ਆਦਰ ਕਰਦਾ। ਤੇ ਪ੍ਰਭੂ ਯਿਸੂ ਮਸੀਹ ਸੱਚਮੁੱਚ ਜਿੱਦਾਂ ਉਹਨੇ ਇਸ ਵਿਧਵਾ ਦੇ ਲਈ ਕਿਹਾ, ਇਹਨੇ ਬਹੁਤਿਆਂ ਨਾਲੋਂ ਜ਼ਿਆਦਾ ਦਿੱਤਾ। ਅੱਜ ਪ੍ਰਭੂ ਦਾ ਵਚਨ ਮੈਨੂੰ ਤੇ ਤੁਹਾਨੂੰ ਕਹਿੰਦਾ, ਜਦੋਂ ਤੇਰਾ ਲੈਵਲ ਆਫ ਸੈਕਰੀਫਾਈਸ ਵੱਡਾ ਹੋਏਗਾ ਤੇ ਮੇਰੀਆਂ ਨਜ਼ਰਾਂ ਦੇ ਵਿੱਚ ਤੇਰਾ ਦਾਨ ਵੀ ਵੱਡਾ ਹੋਏਗਾ। ਅੱਜ ਪ੍ਰਭੂ ਦੇ ਵਚਨ ਦੇ ਵਿੱਚੋਂ ਇਹਨਾਂ ਹੀ 2 ਚੀਜ਼ਾਂ ਨੂੰ ਮੈਂ ਆਪਣੇ ਆਪ ਨੂੰ ਤੇ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਵਿਧਵਾਵਾਂ ਦੇ ਨਜ਼ਰੀਏ ਨੂੰ, ਇਹਨਾਂ ਦੀ ਨੀਅਤ ਨੂੰ, ਇਹਨਾਂ ਦੇ ਉਸ ਪਰਮੇਸ਼ਵਰ ਦੇ ਨਾਲ ਜੋ ਇਹਨਾਂ ਦੀ ਕਮਿਟਮੈਂਟ ਆ, ਉਹਨੂੰ ਅਸੀਂ ਵੀ ਆਪਣੇ ਜੀਵਨ 'ਚ ਲਈਏ, ਆਪਣਾ ਯੋਗਦਾਨ ਪਾਈਏ ਪਰਮੇਸ਼ਵਰ ਦੇ ਸਵਰਗੀ ਕੰਮਾਂ ਦੇ ਵਿੱਚ, ਔਰ ਇਹਦੇ ਨਾਲ ਆਉਣ ਵਾਲੇ ਸਮੇਂ ਦੀ ਪਰਵਾਹ ਕੀਤੇ ਬਿਨਾਂ ਪ੍ਰਭੂ ਯਿਸੂ ਮਸੀਹ ਦੇ ਉੱਤੇ, ਜ਼ਿੰਦੇ ਖੁਦਾ ਦੇ ਉੱਤੇ ਪੂਰਾ ਭਰੋਸਾ ਰੱਖੀਏ ਕਿ ਉਹ ਸਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰੇਗਾ, ਉਹ ਸਾਡੇ ਕੰਮਾਂ ਨੂੰ ਪੂਰੀਆਂ ਕਰੇਗਾ। ਮੇਰਾ ਵਿਸ਼ਵਾਸ ਆ ਪ੍ਰਭੂ ਇਹਨਾਂ ਵਚਨਾਂ ਦੇ ਦੁਆਰਾ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇ। ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ 'ਚ ਅਪਲਾਈ ਕਰੋ, ਆਪਣਾ ਯੋਗਦਾਨ ਪਾਓ, ਜੋ ਕੁਝ ਵੀ ਤੁਹਾਡੇ ਕੋਲ ਹੈ ਉਹ ਪਰਮੇਸ਼ਵਰ ਦੇ ਸਵਰਗੀ ਕੰਮਾਂ ਨੂੰ ਵਧਾਉਣ ਦੇ ਲਈ ਆਪਣਾ ਯੋਗਦਾਨ ਪਾਓ, ਔਰ ਪਰਮੇਸ਼ਵਰ ਤੇ ਭਰੋਸਾ ਰੱਖੋ ਕਿ ਪ੍ਰਭੂ ਤੁਹਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰੇਗਾ। ਮੇਰਾ ਵਿਸ਼ਵਾਸ ਆ ਤੁਸੀਂ ਸਾਰਿਆਂ ਨੂੰ ਇਸ ਟੌਪਿਕ ਨੂੰ ਸਮਝਿਆ ਹੋਵੇਗਾ। ਆਓ ਮੈਂ ਤੁਹਾਡੇ ਸਾਰਿਆਂ ਦੇ ਲਈ ਪ੍ਰਾਰਥਨਾ ਕਰਨਾ ਚਾਹੁੰਦਾ। ਸਰਵ ਸ਼ਕਤੀਮਾਨ ਸਾਡੇ ਦਿਆਲੂ ਤੇ ਕਿਰਪਾਲੂ ਪਰਮੇਸ਼ਵਰ ਜੀ, ਪ੍ਰਭੂ ਤੇਰਾ ਸ਼ੁਕਰ ਕਰਦੇ ਹਾਂ, ਤੁਸੀਂ ਸਾਡੀ ਮਦਦ ਕੀਤੀ ਕਿ ਅਸੀਂ ਤੁਹਾਡੇ ਇਸ ਟੌਪਿਕ ਨੂੰ ਸਮਝ ਸਕੀਏ। ਪ੍ਰਭੂ ਜੀ ਸੱਚਮੁੱਚ ਪ੍ਰਭੂ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਤੇਰੇ ਫਜ਼ਲ ਦੇ ਲਈ ਕਿ ਤੂੰ ਸਾਨੂੰ ਤੰਦਰੁਸਤੀ ਦਿੱਤੀ, ਚੰਗੀ ਬੋਡੀ ਦਿੱਤੀ, ਜਿਹਦੇ ਨਾਲ ਅਸੀਂ ਕੰਮ ਕਰ ਸਕਦੇ ਹਾਂ। ਪ੍ਰਭੂ ਤੂੰ ਸਾਨੂੰ ਸੋਰਸ ਪ੍ਰੋਵਾਈਡ ਕਰਦਾ ਕਿ ਅਸੀਂ ਕੰਮ ਕਰ ਸਕੀਏ, ਮਿਹਨਤ ਕਰ ਸਕੀਏ, ਤੇ ਪ੍ਰਭੂ ਜੀ ਤੇਰੇ ਹੀ ਦਿੱਤੇ ਹੋਏ ਵਿੱਚੋਂ ਤੈਨੂੰ ਦੇ ਸਕੀਏ। ਪ੍ਰਭੂ ਜੀ ਸੱਚਮੁੱਚ ਤੂੰ ਸਾਡੀ ਕੁਆਲਿਟੀ ਨੂੰ ਦੇਖਦਾ ਕਿ ਅਸੀਂ ਕਿਸ ਨਜ਼ਰੀਏ ਦੇ ਨਾਲ ਤੈਨੂੰ ਭੇਟ ਚੜਾਉਂਦੇ ਹਾਂ। ਪ੍ਰਭੂ ਸੱਚਮੁੱਚ ਪ੍ਰਭੂ ਅਸੀਂ ਜਾਣਦੇ ਹਾਂ, ਜਦੋਂ ਅਸੀਂ ਇਹ ਅਬਜ਼ਰਵ ਕਰਦੇ, ਇਹ ਵਿਧਵਾ ਪ੍ਰਭੂ ਜੋ ਉਸ ਸਮੇਂ ਦੇ ਵਿੱਚ ਖੁਦ ਕਮਾ ਵੀ ਨਹੀਂ ਸਕਦੀ ਸੀ, ਜੋ ਇੱਕ ਸਫਰਿੰਗ ਵਾਲੀ ਲਾਈਫ ਜੀ ਰਹੀ ਸੀ, ਪਰ ਕਿੰਨਾ ਵੱਡਾ ਉਹਦਾ ਬਲੀਦਾਨ ਸੀ ਕਿ ਪ੍ਰਭੂ ਜੀ ਉਹ ਫਿਰ ਵੀ ਉਹਨੇ ਤੈਨੂੰ ਭੇਟ ਚੜਾਉਣ ਦੇ ਵਿੱਚ ਪਿੱਛੇ ਨਾ ਰਹੀ। ਪ੍ਰਭੂ ਉਹ ਅੱਗੇ ਆਈ ਤੇ ਜੋ ਕੁਝ ਉਹਦੇ ਕੋਲ ਸੀ ਪ੍ਰਭੂ ਉਹਨੇ ਦਿੱਤਾ। ਅਸੀਂ ਇਹ ਉਸ ਵਿਧਵਾ ਨਾਲੋਂ ਕਿਤੇ ਭਾਗਾਂ ਵਾਲੇ ਆ ਕਿ ਅਸੀਂ ਖੁਦ ਕਮਾ ਸਕਦੇ ਆ ਤੇ ਖੁਦ ਆਪਣੀਆਂ ਜ਼ਰੂਰਤਾਂ ਨੂੰ ਪ੍ਰਭੂ ਜੀ ਤੁਹਾਡੇ ਫਜ਼ਲ ਦੇ ਨਾਲ ਪੂਰਾ ਕਰ ਸਕਦੇ, ਪਰ ਫਿਰ ਵੀ ਪ੍ਰਭੂ ਕਿਤੇ ਨਾ ਕਿਤੇ ਅੱਜ ਅਸੀਂ ਪ੍ਰਭੂ ਉਸ ਵਿਧਵਾ ਦੇ ਉਹਦੇ ਸੈਕਰੀਫਾਈਸ ਦੇ ਲੈਵਲ ਨਾਲੋਂ ਪ੍ਰਭੂ ਬਹੁਤ ਘੱਟ ਆ। ਮੈਂ ਦੁਆ ਕਰਦਾ ਸਾਡੇ ਸੈਕਰੀਫਾਈਸ ਦੇ ਲੈਵਲ ਨੂੰ ਤੇਰੇ ਫਜ਼ਲ ਦੇ ਨਾਲ ਪ੍ਰਭੂ ਅਸੀਂ ਵਧਾਉਂਦੇ ਆ।
ਅਸੀਂ ਆਪਣਾ ਬਲੀਦਾਨ ਤੇਰੇ ਲਈ ਜ਼ਿਆਦਾ ਕਰ ਸਕੀਏ ਪ੍ਰਭੂ ਜੀ, ਤਾਂ ਜੋ ਤੇਰੇ ਸਵਰਗੀ ਕੰਮਾਂ ਦੇ ਵਿੱਚ ਪ੍ਰਭੂ ਅਸੀਂ ਆਪਣੀ ਕੰਟਰੀਬਿਊਸ਼ਨ ਨੂੰ ਪਾ ਸਕੀਏ ਪ੍ਰਭੂ, ਔਰ ਤੇਰੇ ਤੇ ਭਰੋਸਾ ਰੱਖਦੇ ਹੋਏ ਆਪਣੀ ਜ਼ਿੰਦਗੀ ਨੂੰ ਤੇਰੇ ਹੱਥਾਂ ਦੇ ਵਿੱਚ ਹਮੇਸ਼ਾ ਦੇ ਲਈ ਸੌਂਪ ਦਈਏ। ਮੈਂ ਦੁਆ ਕਰਦਾ ਸਭ ਭੈਣ ਭਰਾਵਾਂ ਨੂੰ ਤੁਸੀਂ ਪ੍ਰਭੂ ਆਪਣਾ ਫਜ਼ਲ ਦੇਣਾ, ਇਹਨਾਂ ਦੇ ਬਲੀਦਾਨ ਦੇ ਪ੍ਰਭੂ ਉਸ ਲੈਵਲ ਨੂੰ ਵਧਾਉਣਾ, ਤਾਂ ਜੋ ਇਹ ਤੇਰੇ ਕਿੰਗਡਮ ਵਰਕਸ ਦੇ ਲਈ ਪ੍ਰਭੂ ਜੀ ਆਪਣੇ ਪ੍ਰਭੂ ਯੋਗਦਾਨ ਪਾ ਸਕਣ। ਮੈਂ ਦੁਆ ਕਰਦਾ ਪ੍ਰਭੂ ਜੀ ਅਸੀਂ ਸਾਰੇ ਇਸੇ ਤਰ੍ਹਾਂ ਤੁਹਾਡੀ ਹਜ਼ੂਰੀ ਦੇ ਵਿੱਚ ਮਿਲਦੇ ਰਹੀਏ, ਤੁਹਾਡਾ ਧੰਨਵਾਦ ਕਰਦੇ ਰਹੀਏ। ਇੱਕ ਵਾਰੀ ਫੇਰ ਸਭ ਗੱਲਾਂ ਦੇ ਲਈ ਤੁਹਾਡਾ ਸ਼ੁਕਰ ਕਰਦਾ ਹਾਂ। ਇਹ ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਮੰਗਦਾ ਹਾਂ, ਆਮੀਨ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ। ਅਸੀਂ ਫੇਰ ਮਿਲਾਂਗੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ। ਸਾਰਿਆਂ ਨੂੰ ਜੈ ਮਸੀਹ ਦੀ।